ਉਹਨੇ ਕਿਹਾ ਚੋਰਾਂ ਦੀ ਪੱਗ ਸਾਧਾਂ ਲਾ ਲਈ, ਚੋਰਾਂ ਦੀ ਪੱਗ ਸਾਧਾਂ ਲਾ ਲਈ, 4 ਚੁਫੇਰੇ ਪੈ ਗਿਆ ਸ਼ੋਰ। ਇੱਥੇ ਏਡੀ ਅੰਨੀ ਪੈ ਗਈ, ਚੋਰ ਵੀ ਆਖਣ ਚੋਰੋ ਚੋਰ। ਮੇਰਾ ਨਾਂ ਤੇ ਮਾਪਿਆਂ ਨੇ ਜਿਹੜਾ ਰੱਖਿਆ ਉਹ ਤੇ ਚਿਰਾਗ ਦੇਨ ਸੀ। ਮੇਰਾ ਤਖੱਲੁਸ ਯਾਨੀ ਦਾਮਨ। ਮੈਂ ਆਪਣੀ ਜ਼ਿੰਦਗੀ ਦੇ ਬਚਪਨ ਦੇ ਸਿਲਸਿਲੇ 'ਚ ਮੈਂ ਬੈਠਾ ਕੋਈ 20 ਕੰਮਾਂ ਦੇ ਕਮ ਸੇ ਕਮ ਬੈਠਾ। ਗਰੀਬਾਂ ਦੀ ਜ਼ਿੰਦਗੀ ਅੱਧੀ ਤੇ ਇਸ ਤਰ੍ਹਾਂ ਹੀ ਬਰਬਾਦ ਹੋ ਜਾਂਦੀ ਹੈ, ਕਦੀ ਉਹ ਲੁਹਾਰੇ ਕੰਮ ਤੇ ਬਿਠਾ ਦਿੰਦੇ ਨੇ, ਕਦੀ ਤਰਖਾਣੇ ਕੰਮ ਤੇ ਬਿਠਾ ਦਿੰਦੇ ਨੇ। ਸਾਡੇ ਵੀ ਜਿਹੜੀਆਂ ਖੁਦਾ ਵੱਲੋਂ ਸਾਨੂੰ ਅਦੀਤਾਂ ਮਿਲੀਆਂ ਹੁੰਦੀਆਂ ਨੇ, ਉਸ ਤਰ੍ਹਾਂ ਗਲੀਆਂ 'ਚ ਰੁਲਦੀਆਂ ਠੁਲਦੀਆਂ ਸਾਰੀਆਂ ਖਤਮ ਹੋ ਜਾਂਦੀਆਂ। ਦਰਜ਼ੀਆਂ ਦੇ ਖਾਨਦਾਨ ਦਾ ਇਹ ਮੁੰਡਾ ਜਿਹੜਾ ਸਾਰੀ ਰਾਤੀ ਆਪਣੇ ਕੱਪੜੇ ਆਪ ਸਿਉਂਦਾ ਰਿਹਾ, ਪੰਜਾਬੀ ਜ਼ਬਾਨ ਦਾ ਇੱਕ ਬਹੁਤ ਵੱਡਾ ਤੇ ਦਲੇਰ ਸ਼ਾਇਰ ਸੀ। ਅੱਜ ਇੱਕ ਆਮ ਬੰਦੇ ਦੀ ਇੱਕ ਖਾਸ ਬੰਦਾ ਬਣਨ ਦੀ ਕਹਾਣੀ ਹੈ। ਅੱਜ ਦੀ ਲਾਹੌਰ ਡਾਇਰੀ ਹੈ ਉਸਤਾਦ ਦਾਮਨ ਦੇ ਬਾਰੇ ਵਿੱਚ। ਉਸਤਾਦ ਦਾਮਨ ਇੱਕ ਹੁਜਰੇ 'ਚ ਰਹਿੰਦੇ ਸਨ, ਕਿਉਂਕਿ ਉਹਨੂੰ ਅਸੀਂ ਕਮਰਾ ਨਹੀਂ ਕਹਿ ਸਕਦੇ, ਕਿਉਂਕਿ ਮਸਜਿਦ ਦੇ ਥੱਲੇ ਸੀ ਛੋਟਾ ਜਿਹਾ। ਤੇ ਕਿਤਾਬਾਂ ਹੀ ਕਿਤਾਬਾਂ ਸਨ, ਤੇ ਇੱਕ ਚਾਰਪਾਈ ਸੀ ਉਹਨਾਂ ਦੀ, ਟੇਬਲ ਹੁੰਦੀ ਸੀ, ਟੇਬਲ ਦੇ 3-4 ਕੁਰਸੀਆਂ ਹੁੰਦੀਆਂ ਸਨ। ਅਗਰ ਅਸੀਂ ਉਸਤਾਦਾਂ ਦਾ ਦੌਰ ਲੈਣਾ, ਉਸ ਜ਼ਮਾਨੇ ਦੇ ਮਸ਼ਹੂਰ ਲੋਕ, ਆਲਾ ਲੋਕ, ਫੈਜ਼ ਸਾਹਿਬ ਇੱਥੇ ਹੀ ਆ ਰਹੇ ਨੇ, ਡਾਕਟਰ ਨਜ਼ੀਰ ਸਾਹਿਬ ਇੱਥੇ ਹੀ ਆ ਰਹੇ ਨੇ, ਅਬੀਬ ਜਾਲਬ ਇੱਥੇ ਹੀ ਆ ਰਿਹਾ ਹੈ। ਇੱਥੇ ਸਿਆਸਤ ਤੇ ਗੱਲ ਹੋ ਰਹੀ ਹੈ, ਇੱਥੇ ਅਦਬ ਤੇ ਗੱਲ ਹੋ ਰਹੀ ਹੈ, ਇੱਥੇ ਦੁਨੀਆ 'ਚ ਇਨਕਲਾਬ ਤੇ ਗੱਲ ਹੋ ਰਹੀ ਹੈ, ਇੱਥੇ ਇੱਕ ਤਬਦੀਲੀ ਤੇ ਗੱਲ ਹੋ ਰਹੀ ਹੈ। ਹਾਲਾਂਕਿ ਦੇਖੋ ਜੀ ਕਿੱਥੇ ਅੱਧਾ ਟਕਸਾਲੀ ਕਮਰਾ, ਔਰ ਅੱਗੋਂ ਫਿਰ ਹੀਰਾ ਮੰਡੀ ਸ਼ੁਰੂ ਹੋ ਜਾਂਦੀ। ਸਿਰਫ ਉਸਤਾਦ ਕਹਿੰਦਾ ਸੀ ਕਿ ਮੈਨੂੰ ਲੋਕ ਕਹਿੰਦੇ ਨੇ ਮੈਂ ਜਿਵੇਂ ਮੈਂ ਹੀਰਾ ਮੰਡੀ ਦੀ ਚੌਂਕੀ ਤੇ ਬੈਠਾ ਹਾਂ। ਲੋਕੀ ਐਸੇ ਦੌਰ ਵਿੱਚ ਗੁਜ਼ਰ ਰਹੇ ਨੇ ਕਿ ਲੋਕਾਂ ਦੇ ਦਿਲ ਬੜੇ ਬੇਚੈਨ ਨੇ। ਲੋਕੀ ਸਾਡੇ ਕੋਲ ਆਉਂਦੇ ਨੇ, ਅਸੀਂ ਉਹਨਾਂ ਨਾਲ ਗੱਲਾਂ ਕਰੀਦੀਆਂ, ਉਹਨਾਂ ਨੂੰ ਐਸੇ ਐਸੇ ਸ਼ੇਰ ਸੁਣਾਈਦੇ ਜਿਹੜੇ ਉਹਨਾਂ ਕਦੀ ਵੀ ਨਹੀਂ ਸੁਣੇ ਹੁੰਦੇ, ਤੇ ਆਪਣੇ ਦੁੱਖ ਸੁਣਾਵਨੇ ਹੋਰਾਂ ਨੂੰ ਫਾਇ ਲਾ ਦੇਣੇ, ਜ਼ਖਮਾਂ ਪਾ ਦੇਣਾ। ਕਿਸੇ ਵੀ ਅੱਛੇ ਸ਼ੇਰ ਜਾਂ ਨਜ਼ਮ ਦੀ ਸ਼ਾਇਦ ਸਭ ਤੋਂ ਵੱਡੀ ਖਾਸੀਅਤ ਉਹਦੇ ਅੰਦਰ ਦੀ ਸੱਚਾਈ ਹੈ, ਤੇ ਕੋਈ ਤੇ ਵਜ੍ਹਾ ਹੈ ਜਿਹੜੀ ਸ਼ਾਇਰ ਨੂੰ ਇਹੋ ਜਿਹਾ ਸੱਚਾ ਕਲਾਮ ਲਿਖਣ ਤੇ ਮਜਬੂਰ ਕਰਦੀ ਹੈ। ਉਹ ਮੁਆਸ਼ਰੇ ਨੂੰ ਜੱਜ ਕਰ ਰਿਹਾ, ਜਿਸ ਵੇਲੇ ਜੱਜ ਕਰ ਰਿਹਾ ਤੇ ਉਹਨੂੰ ਠੀਕ ਨਹੀਂ ਕਰ ਸਕਦਾ। ਜਦੋਂ ਠੀਕ ਨਹੀਂ ਕਰ ਸਕਦਾ ਉਹਦੇ ਤੇ ਇੱਕ ਗੱਲ ਕਰਦਾ, ਗੁਫ਼ਤਗੂ ਕਰਦਾ। ਜਦੋਂ ਉਸ ਤੇ ਗੁਫ਼ਤਗੂ ਕਰਦਾ, ਉਹ ਉਹਦੀ ਪੜਾਸ ਕਹਿ ਲਓ। ਅਸੀਂ ਅਦਬ ਦੀ ਜ਼ੁਬਾਨ 'ਚ ਉਹਨੂੰ ਕਥਾਰਸਿਸ ਕਹਿੰਦੇ ਹਾਂ। ਮਸਲਨ ਜ਼ਿਆਉਲ ਹਕ ਮਾਰਸ਼ਲ ਲੈ ਕੇ ਆ ਗਿਆ, ਹੁਣ ਉਹਨਾਂ ਦੇ ਵਿੱਚੋਂ ਅਗਰ ਤਲਖੀ ਵੀ ਨਿਕਲ ਰਹੀ ਹੈ ਤੇ ਕਿਵੇਂ ਦੀ ਨਿਕਲ ਰਹੀ ਹੈ। ਉਹਦਾ ਇੱਕ ਟੁਕੜਾ ਵੰਨਗੀ ਦੇ ਤੌਰ ਤੇ ਸੁਣਾ ਦਿੰਦੇ ਹਾਂ। ਮੇਰੇ ਮੁਲਕ ਦੇ 2 ਖੁਦਾ, ਲਾ ਇਲਾਹ ਤੇ ਮਾਰਸ਼ੱਲਾ। ਇੱਕ ਰਹਿੰਦਾ ਏ ਅਰਸ਼ਾਂ ਉੱਤੇ, ਦੂਜਾ ਰਹਿੰਦਾ ਫਰਸ਼ਾਂ ਉੱਤੇ। ਉਹਦਾ ਨਾਂ ਅੱਲਾ ਮੀਆਂ, ਇਹਦਾ ਨਾਂ ਜਰਨਲ ਜ਼ਿਆ। ਵਾਹ ਬਈ ਵਾਹ ਜਰਨਲ ਜ਼ਿਆ, ਕੌਣ ਕਹੇ ਤੈਨੂੰ ਇੱਥੋਂ ਜਾ। ਪਾਕਿਸਤਾਨ ਦੇ ਵਿੱਚ ਸਿਆਸੀ ਜਬਰ ਬੜਾ ਰਿਹਾ ਹੈ। ਅਯੂਬ ਖਾਨ ਦੇ ਜ਼ਮਾਨੇ ਵੀ, ਭੁੱਟੋ ਦੇ ਜ਼ਮਾਨੇ ਵੀ, ਫਿਰ ਜ਼ਿਆ ਦੇ ਜ਼ਮਾਨੇ ਤਾਂ ਇੰਤਹਾ ਹੋ ਗਈ। ਸੋ ਉਹ ਸਾਰਾ ਜ਼ਮਾਨਾ ਜਿਹੜਾ ਹੈ, ਇਹ ਤਿੰਨੇ ਵੱਡੇ ਜਿਹੜੇ ਪੀਰੀਅਡ ਨੇ ਪਾਕਿਸਤਾਨੀ ਜ਼ਿੰਦਗੀ ਦੇ, ਇਹ ਉਸਤਾਦ ਜੀ ਨੇ ਵੇਖੇ ਨੇ। ਔਰ ਉਹਨਾਂ ਤਿੰਨਾਂ ਦੇ ਖਿਲਾਫ ਉਸਤਾਦ ਜੀ ਨੇ ਇhtਜਾਜ ਕੀਤਾ, ਲੜਾਈ ਲੜੀ। ਅਯੂਬ ਖਾਨ ਦੇ ਜ਼ਮਾਨੇ 'ਚ ਵੀ ਉਹਨਾਂ ਨਾਲ ਕੈਦ ਹੋਏ। ਉਹ ਭੁੱਟੋ ਦੇ ਜ਼ਮਾਨੇ ਵਿੱਚ ਵੀ ਉਹਨਾਂ 'ਤੇ ਬੰਬ ਕੇਸ ਬਣਾਇਆ ਗਿਆ, ਝੂਠਾ ਸੀ ਜਿਹੜਾ। ਤੇ ਜਿੱਥੇ ਸਿੱਧੀ ਗੱਲ ਕਰਨੀ ਹੈ ਤੇ ਪਿਆਰ ਕਰਨਾ, ਉੱਥੇ ਫਿਰ ਮਲਾਲ ਕਾਹਦਾ ਹੋਣਾ। ਮੈਨੂੰ ਮਸਟੇਰ ਨੇ ਪੁੱਛਿਆ ਐਸੇ ਤੁਸੀਂ ਗੱਲ ਟੋਰੀ ਤੇ ਉਹਦੀ ਟੁਰ ਪਈ ਕਰ ਗਏ, ਤੁਹਾਡੇ ਕੋਲ ਪਿਸਤੌਲਾਂ ਨਿਕਲੀਆਂ, ਤੁਹਾਡੇ ਕੋਲ ਰਿਵਾਲਵਰ ਨਿਕਲੇ ਨੇ, ਤੁਹਾਡੇ ਕੋਲ ਬੰਬ ਨਿਕਲੇ ਨੇ। ਮੈਂ ਕਿਹਾ ਮੇਰੀ ਕੋਠੜੀ ਦਾ ਬੂਆ ਛੋਟਾ ਸੀ, ਉੱਥੋਂ ਤੇ ਟੈਂਕ ਨਿਕਲਣਾ ਚਾਹੀਦਾ। ਚੌਂਕੀ ਥਾਣਿਆਂ ਵਾਲਾਤ ਕਚਹਿਰੀਆਂ ਨੇ, ਕਿੱਥੇ ਕਿੱਥੇ ਜਾ ਕੇ ਮੇਰੇ ਕੰਮ ਨਿਕਲੇ। ਕਹਿੰਦਾ ਨਿਕਲੇ ਕੋਈ ਮੈਦਾਨ ਵਿੱਚ ਨਿਕਲ ਸਕਦਾ, ਸੀਨਾ ਠੋਕ ਕੇ ਤੇ ਜਮ ਜਮ ਨਿਕਲੇ, ਪਰ ਮੈਨੂੰ ਕੋਈ ਦਬਾਵੇ ਦਬਾ ਸਕਦਾ, ਭਾਵੇਂ ਕੋਈ ਲੈ ਕੇ ਦਮ ਖਮ ਨਿਕਲੇ। ਤੇ ਦਾਮਨ ਸ਼ਹਿਰ ਦੇ ਕਬਜ਼ੇ 'ਚ ਵੇਖਿਆ ਜੀ, 2 ਲਿਵਾਰਵਰ ਤੇ ਦਸਤੀ ਬੰਬ ਨਿਕਲੇ। ਬਾਗਬਾਨ ਬੋਲੇ ਦੁਕਾਨ ਸੀ ਇਹਨਾਂ ਦੀ ਦਰਜ਼ੀਆਂ ਦੀ। ਪਾਰਟੀਸ਼ਨ ਵੇਲੇ ਉਸਤਾਦ ਦਾਮਨ ਕਹਿੰਦਾ ਕਿ ਮੇਰੇ ਕਾਂਗਰਸੀ ਹੋਣ ਦੀ ਵਜ੍ਹਾ ਦੇ ਨਾਲ ਉਹ ਪਾਰਟੀਸ਼ਨ ਵੇਲੇ ਨਾ ਉਹਨਾਂ ਨੇ ਮੇਰੀ ਦੁਕਾਨ ਨੂੰ ਅੱਗ ਲਾ ਦਿੱਤੀ ਕਿ ਵੀ ਇਹ ਕਾਂਗਰਸੀ ਹੈ। ਕਿ ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਹੋਏ, ਤੁਸੀਂ ਵੀ ਹੋਏ, ਅਸੀਂ ਵੀ ਹਾਂ। ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚ ਹੀ ਮੋਏ ਤੁਸੀਂ ਵੀ ਹੋ, ਮੋਏ ਅਸੀਂ ਵੀ ਹਾਂ। ਉਹ ਅਖੀਰਲਾ ਉਹਦਾ ਸ਼ੇਰ ਹੈ, ਸ਼ੇਰ ਤੇ ਹੋਰ ਵੀ ਨੇ ਅਖੀਰਲਾ। ਲਾਲੀ ਅੱਖੀਆਂ ਦੀ ਪਈ ਦੱਸਦੀ ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ।
ਇਹ ਮਸ਼ਹੂਰੇ ਜ਼ਮਾਨਾ ਨਜ਼ਮ ਇਹ ਪੜ੍ਹੀ, ਉਹ ਸਾਰੇ ਰੋਣ ਲੱਗ ਪਏ। ਨਹਿਰੂ ਵੀ ਭੁੱਬਾ ਮਾਰ ਕੇ ਰੋਣ ਲੱਗ ਪਿਆ, ਰੋਂਦਾ ਰੋਂਦਾ ਆ ਕੇ ਉਸਤਾਦ ਹੋਰਾਂ ਦੇ ਗਲੇ ਲੱਗਿਆ। ਤੇ ਉੱਥੇ ਉਸਤਾਦ ਹੋਰਾਂ ਨੂੰ ਦਾਅਵਤ ਦਿੱਤੀ ਉਹਨੇ ਕਿ ਉਸਤਾਦ ਜੀ ਮੈਂ ਵੀ ਚਾਹੁੰਦਾ ਵਾਂ ਤੇ ਮੇਰੀ ਪਿਰਜਾ ਵੀ ਚਾਹੁੰਦੀ ਕਿ ਤੁਸੀਂ ਇੱਥੇ ਹੀ ਰਹੋ। ਤੇ ਉਸਤਾਦ ਹੋਰਾਂ ਨੇ ਫਿਲਪਤੀ ਉਹਨੂੰ ਕਿਹਾ ਰਵਾਂਗਾ ਲਾਹੌਰ 'ਚ ਹੀ, ਭਾਵੇਂ ਜੇਲ੍ਹ 'ਚ ਰਵਾਂ। ਸਾਜੀ ਤੁਸੀਂ ਮੁਸਤਕਬਲ ਤੋਂ ਪੁਰਉਮੀਦ ਹੋ? ਆਹੋ ਜੀ, ਪੁਰਉਮੀਦ ਜਿਹੜਾ ਬੰਦਾ ਨਾ ਹੋਵੇ ਉਹਨੂੰ ਜਿਉਣ ਦਾ ਕੀ ਹੱਕ ਹੈ? ਤੁਹਾਨੂੰ ਕਦੀ ਮਾਯੂਸੀ ਨਹੀਂ ਹੋਈ? ਮੈਨੂੰ ਮਾਯੂਸੀ ਹੁੰਦੀ ਨਹੀਂ, ਮੈਂ ਮੇਰੇ ਸ਼ੇਰ 'ਚ ਮਾਯੂਸੀ ਦਾ ਕਿਤੇ ਨਾਂ ਹੈਗਾ ਹੀ ਨਹੀਂ। ਮੇਰਾ ਇੱਕ ਸ਼ੇਰ ਹੈ, ਤੁਸੀਂ ਸੁਣੋ, ਉਹਦਾ ਕਹਿੰਦਾ ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ ਹੈ। ਵਾਹ। ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ। ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ ਪੈਰਾਂ ਵਿੱਚ ਸਿਆਲ ਤੇ ਚੰਗ ਆਉਂਦਾ। ਵਾਹ ਵਾਹ।